ਤੁਹਾਨੂੰ ਇਸ ਦੁਨੀਆ ਤੇ ਸਭ ਤੋਂ ਸੋਹਣਾ ਇਨਸਾਨ ਕੌਣ ਲੱਗਦਾ? ਕਿਸ ਹੱਦ ਤੱਕ ਅਸੀਂ ਜਾ ਸਕਦੇ ਹਾਂ ਸੋਹਣਾ ਦਿਸਣ ਲਈ? ਸੋਹਣਾ ਤਾਂ ਮਨ ਦਾ ਸੋਹਣਾ ਹੁੰਦਾ ਹੈ ਨਾ, ਸੋਹਣਾ ਪਰ ਮਨ ਨਜ਼ਰ ਆ ਜਾਂਦਾ ਹੁੰਦਾ ਪਹਿਲੀ ਵਾਰ ਚ ਬੰਦੇ ਨੂੰ ਤੱਕਣੀ ਚ। ਤੇ ਜਿਹੜੀ ਤੀਸਰੀ ਚੀਜ਼ ਹੈ ਜਿੱਥੋਂ ਸਾਰਾ ਕੁਝ ਹੀ ਕਲੀਅਰ ਹੋ ਜਾਂਦਾ ਹੈ, ਉਹ ਹੁੰਦੀ ਹੈ ਗੁਫ਼ਤਾਰ। ਪਰ ਮੈਨੂੰ ਲੱਗਦਾ ਵੀ ਨੈਚੁਰਲ ਦੇ ਨਾਂ ਤੇ ਵੀ ਕਿੰਨੇ ਪ੍ਰੋਡਕਟਸ ਆ ਗਏ। ਆਈਲੈਸ਼ਸ ਮੇਰੀਆਂ ਕੋਈ ਬਾਲੀਆਂ ਵੱਡੀਆਂ ਨਹੀਂ ਆ ਤੇ ਕਿਤੇ ਮੈਂ ਘੱਟ ਤਾਂ ਨਹੀਂ ਦਿਸ ਰਹੀ। ਇਹ ਕਿੰਨਾ ਪ੍ਰੈਸ਼ਰ ਹੋ ਜਾਂਦਾ। ਆਪਣੀ ਜਿਹੜੀਆਂ ਇੰਡੀਅਨ ਜਿਨ੍ਹਾਂ ਦੇ ਨੈਚੁਰਲੀ ਆਪਣੇ ਜਿਵੇਂ ਕਾਲੇ ਵਾਲ ਨੇ, ਉਹਨਾਂ ਨੇ ਵੀ ਬਲੌਂਡ ਕੀਤੇ ਹੋਏ ਆ। ਲਿਪ ਫਿਲਰਸ, ਪਰਮਨੈਂਟ ਲਿਪਸਟਿਕਸ, ਪਰਮਨੈਂਟ ਆਈਬ੍ਰਾਊਜ਼, ਹਰ ਕੁਝ ਚਾਹੁੰਦੇ ਆ ਪਰਮਨੈਂਟ ਹੋ ਜਾਏ। ਤੇ ਅਮਨ ਗੱਲ ਇਹ ਵੀ ਕੰਪਲੀਮੈਂਟ ਹੋ ਗਿਆ, ਉਹ ਯੂ ਲੁਕਿੰਗ ਯੰਗ। ਜੇ ਤੁਸੀਂ ਆਪਣੇ ਆਪ 'ਚ ਕੌਨਫੀਡੈਂਟ ਹੋ ਨਾ, ਤਾਂ ਤੁਸੀਂ ਸਾਹਮਣੇ ਵਾਲੇ ਨੂੰ ਜ਼ਰੂਰ ਸੋਹਣੇ ਲੱਗੋਗੇ। ਸਿੱਧਾ ਮੂੰਹ ਧੋ ਲਓ ਤੇ ਤੁਹਾਡਾ ਮੇਕਅਪ ਉਤਰ ਗਿਆ। ਤੁਸੀਂ ਇੱਕ ਚੀਜ਼ ਲੈਣੀ ਹੈ ਤੇ ਉਹਦੇ ਨਾਲ ਇੱਥੋਂ ਸਾਫ਼ ਕਰਨਾ ਹੈ, ਦੂਸਰੀ ਚੀਜ਼ ਨਾਲ ਤੁਸੀਂ ਲਿਪ ਲਾਈਨਰ ਆਪਦਾ ਲਿਪਸਟਿਕ ਉਤਾਰਨੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਜੈਸਮਨ ਸਿੰਘ ਤੇ ਕਨੈਕਟ 7 ਦੇ ਇਸ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਬਿਊਟੀ ਦੇ ਸਟੈਂਡਰਡਸ ਬਾਰੇ। ਕਿਹਾ ਤੇ ਇਹ ਜਾਂਦਾ ਆ ਕਿ ਬਿਊਟੀ ਲਾਈਜ਼ ਇਨ ਦ ਆਈਜ਼ ਆਫ ਦ ਬਿਹੋਲਡਰ। ਦੇਖਣ ਵਾਲੇ ਦੀ ਨਜ਼ਰਾਂ 'ਚ ਸੋਹਣਾਪਣ ਇਹ ਹੋਣਾ ਚਾਹੀਦਾ। ਪਰ ਅੱਜ ਕੱਲ੍ਹ ਅਸੀਂ ਬਿਊਟੀ ਨੂੰ ਕਿੱਥੋਂ ਤੱਕ ਲੈ ਗਏ ਆ? ਕੀ ਕਰ ਰਹੇ ਆ ਸੋਹਣਾ ਦਿਸਣ ਲਈ? ਕੀ ਕੋਈ ਲਿਮਿਟ ਹੈਗੀ ਹੈ ਬਿਊਟੀ ਨੂੰ ਅਚੀਵ ਕਰਨ ਦੀ? ਕਨੈਕਟ 7 ਦੇ ਇਸ ਐਪੀਸੋਡ 'ਚ ਮੇਰਾ ਸਾਥ ਦੇ ਰਹੇ ਨੇ ਸਾਡੇ ਕਲੀਗ ਅਮਨਜੋਤ ਕੌਰ। ਸਤਿ ਸ਼੍ਰੀ ਅਕਾਲ ਅਮਨਜੋਤ। ਸਤਿ ਸ਼੍ਰੀ ਅਕਾਲ ਜੈਸਮਨ, ਕੀ ਹਾਲ ਚਾਲ? ਵਧੀਆ ਜੀ, ਤੁਸੀਂ ਦੱਸੋ? ਬਹੁਤ ਵਧੀਆ। ਅਮਨ, ਅੱਜ ਬਿਊਟੀ ਬਾਰੇ ਗੱਲ ਹੋ ਰਹੀ ਸੀ ਜੀ। ਟੌਪਿਕ ਤਾਂ ਔਰਤਾਂ ਦਾ ਫੇਵਰੇਟ ਆ, ਸੋਹਣਾ ਦਿਸਣਾ। ਪਰ ਅੱਜ ਗੱਲ ਅਸੀਂ ਇਹ ਕਰ ਰਹੇ ਹਾਂ ਵੀ ਬਿਊਟੀ ਦੀ ਇੰਤਹਾ ਕੀ ਆ। ਮਤਲਬ ਕਿੱਥੇ ਤੱਕ ਕੁੜੀਆਂ, women, men ਕਿੱਥੇ ਤੱਕ ਜਾ ਸਕਦੇ ਆ ਸੋਹਣਾ ਦਿਸਣ ਲਈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ, ਤੁਸੀਂ ਬਿਊਟੀ ਨੂੰ ਦੇਖਦੇ ਕਿੱਦਾਂ? ਵਾਟ ਇਜ਼ ਬਿਊਟੀ ਫॉर ਯੂ? ਬਿਊਟੀ ਜੇ ਆਪਾਂ ਦੇਖੀਏ ਜੈਸਮਿਨ, ਜੇ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਾਂ ਕਿ ਤੁਹਾਨੂੰ ਇਸ ਦੁਨੀਆ ਤੇ ਸਭ ਤੋਂ ਸੋਹਣਾ ਇਨਸਾਨ ਕੌਣ ਲੱਗਦਾ? ਹਾਂ, ਹੈ ਨਾ? ਤਾਂ ਅਸੀਂ ਸ਼ਾਇਦ ਸਮਝ ਪਾਵਾਂਗੇ ਕਿ ਬਿਊਟੀ ਦੀ ਐਕਚੁਅਲ ਡੈਫੀਨੇਸ਼ਨ ਕੀ ਹੈ। ਜੇ ਮੈਂ ਦੇਖਾਂ, ਮੈਨੂੰ ਸਭ ਤੋਂ ਸੋਹਣੇ, ਜੇ ਮੈਂ ਕਹਾਂ ਮੈਨੂੰ ਆਪਣੀ ਮਦਰ ਸਭ ਤੋਂ ਸੋਹਣੇ ਲੱਗਦੇ ਆ, ਹੋ ਸਕਦਾ ਕਿਸੇ ਹੋਰ ਨੂੰ ਨਾ ਸੋਹਣੇ ਲੱਗਦੇ ਹੋਣ। ਇਸ ਕਰਕੇ ਹਰ ਕਿਸੇ ਦੀ ਜਿਹੜੀ ਬਿਊਟੀ ਦੀ ਡੈਫੀਨੇਸ਼ਨ ਹੈ ਉਹ ਵੱਖਰੀ ਹੁੰਦੀ ਹੈ। ਇਹ ਚੀਜ਼ ਸਾਨੂੰ ਸਮਝਣੀ ਪਊਗੀ ਕਿ ਸਿਰਫ ਬਾਹਰਲੀ ਦਿੱਖ ਕਿੰਨੀ ਕੁ ਜ਼ਰੂਰੀ ਹੈ ਤੇ ਬਾਹਰੋਂ ਸੋਹਣਾ ਹੋਣਾ ਕਿੰਨਾ ਕੁ ਜ਼ਰੂਰੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਸਜੋ ਨਾ, ਸਵਰੋ ਨਾ, ਆਪਦੇ ਆਪ ਨੂੰ ਪ੍ਰੈਜ਼ੈਂਟੇਬਲ ਨਾ ਬਣਾਓ ਜਾਂ ਆਪਣੇ ਆਪ ਨੂੰ ਸੋਹਣਾ ਨਾ ਦਿਖਾਓ। ਪਰ ਉਹੀ ਗੱਲ ਹੈ ਜਿਵੇਂ ਤੁਸੀਂ ਕਿਹਾ ਕਿ ਕਿਸ ਹੱਦ ਤੱਕ ਅਸੀਂ ਜਾ ਸਕਦੇ ਹਾਂ ਸੋਹਣਾ ਦਿਸਣ ਲਈ, ਜਾਂ ਜਾ ਰਹੇ ਹਾਂ ਅੱਜ ਕੱਲ੍ਹ, ਜਾਂ ਜਾ ਰਹੇ ਹਾਂ। ਤਾਂ ਅਮਨ ਗੱਲ ਤੁਸੀਂ ਕਿਉਂਕਿ ਕਹੀ ਬਿਲਕੁਲ ਸਹੀ ਗੱਲ ਹੈ ਵੀ ਕਿਸੇ ਨੂੰ ਕੁਛ ਸੋਹਣਾ ਲੱਗ ਸਕਦਾ, ਕੋਈ ਸੋਹਣਾ ਲੱਗ ਸਕਦਾ। ਇੱਕ ਮਾਂ ਲਈ ਆਪਣੇ ਬੱਚੇ ਹਮੇਸ਼ਾ ਸੋਹਣੇ ਹੁੰਦੇ ਆ, ਜਿੱਦਾਂ ਦੇ ਵੀ ਹੈਗੇ, ਰੰਗ ਰੂਪ ਚਿਹਰਾ ਵੀ ਪਰਮਾਤਮਾ ਵੱਲੋਂ ਜਿੱਦਾਂ ਵੀ ਆਇਆ ਹੋਏ, ਮਾਂ ਲਈ ਬੱਚੇ ਹਮੇਸ਼ਾ ਸੋਹਣੇ ਹੁੰਦੇ। ਬਿਲਕੁਲ। ਪਰ ਕਿਉਂਕਿ ਅੱਜ ਦੇ ਦੌਰ ਦੀ ਅਮਨ ਅਸੀਂ ਗੱਲ ਕਰਦੇ ਹਾਂ ਕਿ ਕਿੱਥੇ ਤੱਕ ਜਾ ਰਹੇ ਹਾਂ ਨਾ, ਕਿਸ ਹੱਦ ਤੱਕ ਅਸੀਂ ਸੋਹਣਾ ਦਿਸਣ ਲਈ, ਕਿਉਂਕਿ ਅਸੀਂ ਗੱਲ ਕਰਦੇ ਹੁੰਦੇ ਹਾਂ, ਪੜ੍ਹਦੇ ਵੀ ਰਹਿੰਦੇ ਆ, ਕਹਿ ਸਕਦੇ ਹੋ ਫਿਲਾਸਫੀ ਦਾ ਹਿੱਸਾ ਹੈ ਵੀ ਸੋਹਣਾ ਤਾਂ ਮਨ ਦਾ ਸੋਹਣਾ ਹੁੰਦਾ ਹੈ ਨਾ, ਸੋਹਣਾ। ਪਰ ਮਨ ਨਜ਼ਰ ਆ ਜਾਂਦਾ ਹੁੰਦਾ ਪਹਿਲੀ ਵਾਰ ਚ ਬੰਦੇ ਨੂੰ ਤੱਕਣੀ ਚ, ਮਨ ਤਾਂ ਨਹੀਂ ਲੱਭਦਾ। ਇੱਕ ਵਾਰ ਇਦਾਂ ਹੁੰਦਾ ਹੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਦੇਖਦੇ ਆ ਜਾਂ ਪਹਿਲੀ ਵਾਰ ਮਿਲਦੇ ਆ, ਤਾਂ ਜਿਹੜਾ ਫਰਸਟ ਇੰਪ੍ਰੈਸ਼ਨ ਹੈ ਥੋੜਾ ਜਿਹਾ ਅਸੀਂ ਉਹਦੀਆਂ ਲੁੱਕਸ ਵੱਲ ਧਿਆਨ ਜਾਂਦਾ ਹੀ ਹੈ। ਜਿਵੇਂ ਆਪਾਂ ਪੁਰਾਣੀ ਕਹਾਵਤ ਵੀ ਹੈ ਇੱਕ, ਕਹਿੰਦੇ ਜਦੋਂ ਅਸੀਂ ਕਿਸੇ ਬੰਦੇ ਨੂੰ ਮਿਲਦੇ ਆ ਨਾ, ਕਿਸੇ ਇਨਸਾਨ ਨੂੰ ਮਿਲਦੇ ਆ, ਤਾਂ ਪਹਿਲੀ ਚੀਜ਼ ਹੈ ਜਿਹੜੀ ਉਹਦੀ ਪਹਿਲੀ ਹੈ ਰਫਤਾਰ। ਉਹਦੀ ਚਾਲ ਦੇਖ ਕੇ ਰਫਤਾਰ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਉਹਨੇ ਕੱਪੜੇ ਕਿਸ ਤਰ੍ਹਾਂ ਦੇ ਪਾਏ ਨੇ, ਹਨਾ। ਫਿਰ ਉਸ ਤੋਂ ਬਾਅਦ ਕਹਿੰਦੇ ਹੁੰਦੇ ਆ ਕਿ ਦਸਤਾਰ ਦੇ ਵਿੱਚ ਵੀ ਤੁਹਾਡਾ ਪਹਿਰਾਵਾ ਆ ਗਿਆ, ਹਨਾ, ਕਿ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ। ਤੇ ਜਿਹੜੀ ਤੀਸਰੀ ਚੀਜ਼ ਹੈ ਜਿੱਥੋਂ ਸਾਰਾ ਕੁਝ ਹੀ ਕਲੀਅਰ ਹੋ ਜਾਂਦਾ, ਉਹ ਹੁੰਦੀ ਹੈ ਗੁਫ਼ਤਾਰ। ਮਤਲਬ ਗੱਲਬਾਤ। ਐਕਚੁਅਲੀ ਤੁਹਾਨੂੰ ਕਿਸੇ ਇਨਸਾਨ ਬਾਰੇ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਉਹਦੇ ਨਾਲ ਗੱਲਬਾਤ ਕਰਦੇ ਹੋ। ਇਹ ਦੋ ਇਨੀਸ਼ੀਅਲ ਸਟੇਜਸ ਹੋ ਸਕਦੀਆਂ ਨੇ ਕਿ ਥੋੜਾ ਜਿਹਾ ਸਾਨੂੰ ਅਸੀਂ ਸੋਚ ਲੈਂਦੇ ਵੀ ਯਾਰ ਐਂ ਜੇ ਹੋਊਗਾ ਜਾਂ ਇਹ ਐਂ ਦਿਸਦਾ, ਹੋ ਸਕਦਾ ਇਸ ਤਰ੍ਹਾਂ ਦਾ ਹੋਵੇ, ਪਰ ਉਹ ਰੀਅਲ ਪਿਕਚਰ ਨਹੀਂ ਹੁੰਦੀ। ਬਿਲਕੁਲ ਰੀਅਲ ਪਿਕਚਰ ਨਹੀਂ ਹੁੰਦੀ। ਤੁਸੀਂ ਗੱਲ ਕੀਤੀ ਵੀ ਇਹ ਸਾਰੀਆਂ ਚੀਜ਼ਾਂ ਨਾਲ ਅਸੀਂ ਜੱਜ ਕਰ ਲੈਂਦੇ ਹਾਂ, ਪਹਿਲਾ ਇੰਪ੍ਰੈਸ਼ਨ ਜਿਹੜਾ ਬਣਾਉਣੇ ਹੁੰਦੇ ਆ ਅਮਨ। ਪਰ ਕਈ ਵਾਰ ਹੁਣ ਏਦਾਂ ਹੁੰਦਾ ਵੀ ਪਹਿਲਾ ਇੰਪ੍ਰੈਸ਼ਨ, ਹੋਰ ਵੀ ਕਹਾਵਤਾਂ ਬਣਾਈਆਂ ਹੋਈਆਂ ਵੀ ਫਰਸਟ ਇੰਪ੍ਰੈਸ਼ਨ ਇਜ਼ ਦ ਲਾਸਟ ਇੰਪ੍ਰੈਸ਼ਨ। ਫਿਰ ਇਨਸਾਨ ਕੋਸ਼ਿਸ਼ ਇਹ ਕਰਦਾ, ਅੱਜ ਦੇ ਖਾਸ ਕਰਕੇ ਦੌਰ ਤੇ ਵੀ ਦੇਖੀਏ, ਭਾਵੇਂ ਉਹ ਜੌਬ ਦੀ ਭਾਲ ਹੋਵੇ ਜਾਂ ਇੰਟਰਵਿਊ ਲਈ ਚੱਲਿਆ ਹੋਵੇ, ਕਿਸੇ ਨੂੰ ਡੇਟ ਤੇ ਮਿਲਣ ਲਈ ਚੱਲਿਆ ਹੋਵੇ, ਕਿਸੇ ਦੇ ਘਰ ਕੋਈ ਇਨਵਾਈਟ ਕੀਤਾ ਚੱਲਿਆ, ਅਸੀਂ ਆਪਣਾ ਬੈਸਟ ਦੱਸਣਾ ਚਾਹੁੰਦੇ ਹਾਂ। ਅਸੀਂ ਆਪਣੇ ਆਪ ਨੂੰ ਏਦਾਂ ਦਿਖਾਉਣਾ ਚਾਹੁੰਦੇ ਹਾਂ ਵੀ ਬੰਦਾ ਸਾਨੂੰ ਇੱਕ ਵਾਰ ਦੇਖੇ ਤੇ ਬਸ
ਉਹਦੀ ਸਾਡੀ ਜਿਹੜੀ ਪਿਕਚਰ ਹੈ ਨਾ ਉਹਦੀ ਨਜ਼ਰਾਂ 'ਚ ਵਸ ਜਾਵੇ। ਹੁਣ ਇਹ ਚੀਜ਼ ਨੂੰ ਲੈ ਕੇ ਅਸੀਂ ਕਿੰਨੇ ਕੁ ਜ਼ਿਆਦਾ ਹੁਣ ਗੰਭੀਰ ਹੋ ਗਿਆ, ਕਿੰਨੇ ਕੁ ਦੂਰ ਤੱਕ ਅਸੀਂ ਉਹ ਇੰਪ੍ਰੈਸ਼ਨ ਲਈ ਹੋ ਗਏ ਆ, ਹੈ ਨਾ। ਹੁਣ ਤੁਸੀਂ ਦੇਖੋ ਵੀ ਅਸੀਂ ਕਿੰਨਾ ਕੁਛ ਕਰੀ ਜਾਂਦੇ ਆ ਉਹ ਪਹਿਲਾ ਇੰਪ੍ਰੈਸ਼ਨ ਬਣਾਉਣ ਲਈ ਕਿੰਨਾ ਕੁ ਜਾ ਰਿਹਾ। ਮਤਲਬ ਬਿਊਟੀ ਦੇ ਸਟੈਂਡਰਡਸ ਕਿਸੇ ਜ਼ਮਾਨੇ 'ਚ ਸਾਡੀਆਂ ਮਾਵਾਂ ਤਾਂ ਮਲਾਈ ਲਾ ਕੇ ਸਕਿਨ ਨੂੰ ਸੋਹਣਾ ਰੱਖ ਦਿੰਦੀਆਂ ਸੀ, ਤੇਲ ਲਾ ਲਿਆ, ਮਲਾਈ ਲਾ ਲਈ, ਕੁਛ ਵੀ, ਹੈ ਨਾ। ਹੁਣ ਤਾਂ ਮੈਂ ਕਹਿੰਦੀ ਆ ਵੀ ਬਿਊਟੀ ਇੰਡਸਟਰੀ ਆਪਾਂ ਗੱਲ ਕਰਦੇ ਹੁੰਨੇ ਆ ਵੀ ਆਏ ਦਿਨ ਇੱਕ ਨਵਾਂ ਪ੍ਰੋਡਕਟ। ਬਿਲਕੁਲ ਬਿਲਕੁਲ, ਕਿਉਂਕਿ ਮਾਰਕੀਟ ਹੈ, ਮਾਰਕੀਟ ਨੇ ਕੁਛ ਨਾ ਕੁਛ ਤੁਹਾਡੇ ਸਾਹਮਣੇ ਪਰੋਸਣਾ ਹੀ ਹੈ, ਮਾਰਕੀਟ ਨੇ ਆਪਣੀਆਂ ਚੀਜ਼ਾਂ ਵੇਚਣੀਆਂ ਹੀ ਹੈ। ਤਾਂ ਜਦੋਂ ਤੱਕ ਤੁਹਾਨੂੰ ਆਪਣੇ ਵੱਲ ਅਟਰੈਕਟ ਨਹੀਂ ਕਰਨਗੇ, ਤੁਹਾਨੂੰ ਇਹ ਚੀਜ਼ਾਂ ਦਾ ਵਿਸ਼ਵਾਸ ਨਹੀਂ ਦਿਵਾਉਣਗੇ ਵੀ ਜੇ ਤੁਸੀਂ ਐਵੇਂ ਦਿਸੋਗੇ, ਜੇ ਤੁਹਾਡੀਆਂ ਆਈਲੈਸ਼ਸ ਵੱਡੀਆਂ ਹੋਣਗੀਆਂ ਤੁਸੀਂ ਤਾਂ ਹੀ ਸੋਹਣੇ ਲੱਗੋਗੇ, ਜੇ ਤੁਸੀਂ ਹਮੇਸ਼ਾ ਯੰਗ ਹੀ ਦਿਸੋਗੇ ਤਾਂ ਹੀ ਸੋਹਣੇ ਲੱਗੋਗੇ। ਇਹ ਜ਼ਰੂਰੀ ਨਹੀਂ ਹੁੰਦਾ, ਕਿਉਂ ਜਿਵੇਂ ਹੁਣ ਅੱਜਕੱਲ ਪ੍ਰੋਸੀਜਰਸ ਚੱਲ ਰਹੇ ਨੇ, ਬੋਟੌਕਸ ਹੋ ਗਏ, ਫਿਲਰਸ ਹੋ ਗਏ, ਹਨਾ, ਕੋਲਾਜਨ ਥ੍ਰੈਡਸ ਹੋ ਗਏ, ਤੁਹਾਡੇ ਝੁਰੜੀਆਂ ਪੈਣ ਹੀ ਨਾ, ਇਹਦਾ ਮਤਲਬ ਅਸੀਂ ਹਮੇਸ਼ਾ ਹੀ ਜਵਾਨ ਇਮੋਰਟਲ ਹੋ ਗਏ। ਅਸੀਂ ਜਿਹੜੀ ਸੱਚਾਈ ਹੈ ਉਹ ਤੋਂ ਭੱਜ ਨਹੀਂ ਸਕਦੇ। ਠੀਕ ਹੈ, ਆਪਣੇ ਆਪ ਨੂੰ ਸਜਾਉਣਾ, ਸਵਾਰਨਾ, ਬੈਸਟ ਦਿਖਣਾ, ਚਾਹੇ ਤੁਸੀਂ ਕਿਸੇ ਇੰਟਰਵਿਊ ਲਈ ਜਾ ਰਹੇ ਹੋ, ਜਿਵੇਂ ਤੁਸੀਂ ਕਿਹਾ, ਚਾਹੇ ਡੇਟ ਲਈ ਜਾ ਰਹੇ ਹੋ, ਬਹੁਤ ਵਧੀਆ ਗੱਲ ਹੈ। ਆਪਣੇ ਆਪ ਨੂੰ ਤੁਸੀਂ ਕੌਨਫੀਡੈਂਟ ਰਹਿੰਦੇ ਹੋ, ਤੁਸੀਂ ਆਪਣੇ ਵੱਲੋਂ ਬੈਸਟ ਦਿਸਣਾ ਚਾਹੁੰਦੇ ਹੋ, ਦੈਟਸ ਗੁੱਡ। ਪਰ ਕਿਸ ਹੱਦ ਤੱਕ, ਸਵਾਲ ਉਹੀ ਹੈ ਨਾ ਕਿ ਕਿਸ ਹੱਦ ਤੱਕ ਤੁਸੀਂ ਜਿਵੇਂ ਹੁਣ ਆਪਾਂ ਐਟ ਦ ਕਾਸਟ ਆਫ ਯੋਰ ਹੈਲਥ ਤੁਸੀਂ ਉਹ ਚੀਜ਼ਾਂ ਕਰੋਗੇ। ਜੇ ਤੁਸੀਂ ਕੋਈ ਇਦਾਂ ਦੀਆਂ ਚੀਜ਼ਾਂ ਕਰ ਰਹੇ ਹੋ, ਸਕਿਨ ਤੇ ਕੁਝ ਇੰਜੈਕਟ ਕਰਾ ਰਹੇ ਹੋ, ਫਿਲਰਸ ਕਰਾ ਰਹੇ ਹੋ, ਤਾਂ ਉਹਦਾ ਡੈਫੀਨਿਟਲੀ ਕੁਝ ਨਾ ਕੁਝ ਮਾੜਾ ਅਸਰ ਜਿਹੜਾ ਤੁਹਾਡੀ ਸਕਿਨ ਤੇ ਹੋਣਾ ਹੀ ਹੈ ਲੌਂਗ ਰਨ ਦੇ ਵਿੱਚ। ਇੱਕ ਵਾਰ ਤੁਸੀਂ ਤੁਹਾਡੀ ਸਕਿਨ ਗਲੋ ਕਰ ਜਾਊਗੀ, ਪਰ ਬਾਅਦ ਚ ਕੀ, ਬਾਅਦ ਚ ਕੀ ਉਹਦੇ ਨਾਲ ਇਹ ਵੀ ਹੈ ਕਿ ਤੁਸੀਂ ਮੈਂਟਲੀ ਵੀ ਬਹੁਤ, ਮੈਨੂੰ ਲੱਗਦਾ, ਵੀਕ ਹੋ ਜੇ ਤੁਸੀਂ ਇਹ ਚੀਜ਼ਾਂ ਸੋਚ ਰਹੇ ਹੋ ਵੀ ਜੇ ਮੇਰੇ ਝੁਰੜੀ ਪੈ ਗਈ, ਜੇ ਮੈਂ ਜਵਾਨ ਨਹੀਂ ਦਿਸ ਰਹੀ ਤਾਂ ਮੇਰਾ ਕੋਈ ਵਜੂਦ ਹੀ ਨਹੀਂ ਹੈਗਾ, ਹਨਾ। ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ। ਬਿਲਕੁਲ, ਜਿੱਦਾਂ ਤੁਸੀਂ ਕਿਹਾ ਉਹੀ ਗੱਲ ਕਿ ਇਨਸਾਨ ਡੇਟ ਤੇ ਚੱਲਿਆ, ਜੌਬ ਤੇ ਚੱਲਿਆ, ਆਪਣੇ ਆਪ ਨੂੰ ਪ੍ਰੈਜ਼ੈਂਟੇਬਲ ਦਿਖਾਉਣਾ ਵਧੀਆ ਗੱਲ, ਬਹੁਤ ਅੱਛੀ ਗੱਲ ਹੈ। ਬੂਸਟ ਮਿਲਦਾ ਹੈ ਕੌਨਫੀਡੈਂਸ ਨੂੰ, ਤੁਸੀਂ ਵਧੀਆ ਕੱਪੜੇ ਪਾਏ ਹੋਏ ਨੇ, ਵਾਲ ਵੂਲ ਵਧੀਆ ਆ ਰਿਹਾ ਹੈ, ਪਰਫਿਊਮ ਲਾਇਆ ਹੋਇਆ, ਸ਼ੂਜ਼ ਅੱਛੇ ਪਾਏ ਨੇ, ਇਹ ਹੋ ਗਈ ਇੱਕ ਗੱਲ। ਪਰ ਹੁਣ ਅੱਜ ਦਾ ਜੇ ਸੋਸ਼ਲ ਮੀਡੀਆ ਦੇ ਵੀ ਪ੍ਰੈਸ਼ਰ ਦੇਖੀਏ, ਆਲਾ ਦੁਆਲਾ ਵੀ ਦੇਖੀਏ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇੰਨੀਆਂ ਟ੍ਰੀਟਮੈਂਟਸ ਚੱਲ ਪਈਆਂ ਨੇ, ਇੰਨਾ ਕੁਛ ਬਿਊਟੀ ਦੇ ਨਾਂ ਤੋਂ, ਉਹ ਬਿਊਟੀ ਜਿਹਨੂੰ ਹਮੇਸ਼ਾ ਕਿਹਾ ਜਾਂਦਾ ਨੈਚੁਰਲ ਬਿਊਟੀ ਇਜ਼ ਦ ਬੈਸਟ ਬਿਊਟੀ, ਪਰ ਮੈਨੂੰ ਲੱਗਦਾ ਵੀ ਨੈਚੁਰਲ ਦੇ ਨਾਂ ਤੇ ਵੀ ਕਿੰਨੇ ਪ੍ਰੋਡਕਟਸ ਆ ਗਏ, ਨੇਚਰ ਦੇ ਨਾਂ ਤੇ ਹੀ ਅਸੀਂ ਕਿੰਨੇ ਪ੍ਰੋਡਕਟਸ ਦੀ ਗੱਲ ਕਰਦੇ ਆ। ਤੁਸੀਂ ਜ਼ਿਕਰ ਕੀਤਾ ਆਈਲੈਸ਼ਸ ਦਾ, ਹੁਣ ਇੰਡੀਆ ਤੋਂ ਕੈਨੇਡਾ ਆਏ, ਇੱਥੇ ਆ ਕੇ ਖੂਬਸੂਰਤੀ ਬਹੁਤ ਹੈ, ਡੀਸੀ ਦੀ ਆਪਦੀ ਖੂਬਸੂਰਤੀ ਹੈ, ਕੁੜੀਆਂ ਸੋਹਣੀਆਂ ਨੇ, ਸਭ ਸੋਹਣੇ ਨੇ, ਪਰ ਇੱਕ ਸਟੈਂਡਰਡ ਜਿਹਾ ਮੈਨੂੰ ਲੱਗਦਾ ਅਮਨ ਕਈ ਵਾਰ ਸੈੱਟ ਕੀਤਾ ਹੋਇਆ ਵੀ ਸਾਰੀਆਂ ਦੀ ਆਈਲੈਸ਼ਸ ਜਿਹੜੀਆਂ ਐਕਸਟੈਂਸ਼ਨਸ ਨੇ, ਵਾਲ ਇੱਕ ਰੰਗ ਦੇ ਹੁੰਦੇ ਨੇ, ਕੱਪੜੇ ਇੱਕ, ਪਹਿਰਾਵਾ ਇੱਕ ਤਰ੍ਹਾਂ ਦਾ ਹੁੰਦਾ ਆ, ਮੇਕਅਪ ਵੀ ਸਿਮਿਲਰ ਹੀ ਕੁਛ ਕੀਤਾ ਹੁੰਦਾ, ਫਿਰ ਬੰਦੇ ਨੂੰ ਐਂ ਲੱਗਣ ਲੱਗ ਜਾਂਦਾ ਵੀ ਕਿਤੇ ਮੈਂ ਇਹ ਤੋਂ ਵਾਂਝਾ ਤਾਂ ਨਹੀਂ, ਜਾਂ ਵਾਂਝੀ ਤਾਂ ਨਹੀਂ, ਜਾਂ ਮੈਂ ਫਿਟ ਨਹੀਂ ਹੋ ਰਿਹਾ, ਜੇ ਮੈਂ ਕਿਤੇ ਮੇਰੀਆਂ ਅੱਖਾਂ ਦੇ ਉੱਤੇ ਆਈਲੈਸ਼ਸ ਮੇਰੀਆਂ ਕੋਈ ਬਾਲੀਆਂ ਵੱਡੀਆਂ ਨਹੀਂ ਆ ਤੇ ਕਿਤੇ ਮੈਂ ਘੱਟ ਤਾਂ ਨਹੀਂ ਦਿਸ ਰਹੀ, ਇਹ ਕਿੰਨਾ ਪ੍ਰੈਸ਼ਰ ਹੋ ਜਾਂਦਾ। ਬਿਲਕੁਲ ਬਿਲਕੁਲ ਬਿਲਕੁਲ, ਆਪਾਂ ਦੇਖਦੇ ਹਾਂ ਤਕਰੀਬਨ ਮੈਂ ਦੇਖਿਆ ਸਾਰਿਆਂ ਦੇ ਹੀ ਐਕਸਟੈਂਸ਼ਨਸ ਜਾਂ ਤਾਂ ਆਈਲੈਸ਼ਸ ਜਾਂ ਤਾਂ ਪਰਮਨੈਂਟਲੀ ਕਰਾਈਆਂ ਹੋਈਆਂ ਨੇ, ਜਾਂ ਫਿਰ ਉਹ ਜਿਹੜੀਆਂ ਫੇਕ ਆਈਲੈਸ਼ਸ ਹੁੰਦੀਆਂ ਉਹ ਲਗਵਾਈਆਂ ਹੋਈਆਂ, ਹੈਨਾ। ਤੇ ਮੇਕਅਪ ਦਾ ਸਟਾਈਲ ਵੀ ਤਕਰੀਬਨ ਸੇਮ ਹੈ, ਤਕਰੀਬਨ ਸੇਮ ਹੁੰਦਾ। ਤੇ ਵਾਲਾਂ ਦਾ ਆਪਣੀ ਜਿਹੜੀਆਂ ਇੰਡੀਅਨ ਜਿਨ੍ਹਾਂ ਦੇ ਨੈਚੁਰਲੀ ਆਪਣੇ ਜਿਵੇਂ ਕਾਲੇ ਵਾਲ ਨੇ, ਉਹਨਾਂ ਨੇ ਵੀ ਬਲੌਂਡ ਕੀਤੇ ਹੋਏ ਆ, ਪ੍ਰੈਸ਼ਰ ਹੋ ਜਾਂਦਾ ਨਾ, ਪ੍ਰੈਸ਼ਰ ਹੋ ਜਾਂਦਾ। ਕਾਲੇ ਵਾਲ ਤਾਂ ਇੱਥੇ ਕਿਸੇ ਦੇ ਬਹੁਤ ਘੱਟ ਨੇ, ਸੋ ਸਾਨੂੰ ਲੱਗੇਗਾ, ਮੈਨੂੰ ਜਾਂ ਤੁਹਾਨੂੰ ਲੱਗੇਗਾ ਤੁਹਾਡੇ ਵਾਲ ਲੰਬੇ ਨੇ, ਸੋਹਣੇ ਨੇ, ਤੁਹਾਨੂੰ ਲੱਗੇਗਾ ਯਾਰ ਆਊਟ ਆਫ ਪਲੇਸ ਆ ਮੈਂ ਕਾਲੇ ਵਾਲ ਲੈ ਕੇ ਫਿਰਦੀ ਆ, ਤੇ ਜਾਂ ਤਾਂ ਕਾਲਿਆਂ ਦਾ ਫੈਸ਼ਨ ਨਹੀਂ ਹੈਗਾ, ਤੇ ਜਾਂ ਮੈਨੂੰ ਲੋਕੀ ਕਹਿਣਗੇ ਵੀ ਇਹ ਥੋੜੀ ਦੇਸੀ ਜੀ, ਇਹ ਫੈਸ਼ਨ ਚ ਨਹੀਂ ਹੈਗੀ। ਗੱਲ ਫੈਸ਼ਨ ਦੀ ਨਹੀਂ ਹੈ, ਜੇ ਆਪਾਂ ਸੋਚੀਏ ਧਿਆਨ ਨਾਲ, ਗੱਲ ਫੈਸ਼ਨ ਦੀ ਨਹੀਂ ਹੈ, ਗੱਲ ਇਹ ਹੈ ਕਿ ਤੁਸੀਂ ਜੋ ਤੁਹਾਡੇ ਕੋਲ ਹੈ ਉਹਨੂੰ ਐਮਬ੍ਰੇਸ ਕਰਨਾ ਸਿੱਖੋ। ਠੀਕ ਹੈ, ਤੁਸੀਂ ਜੇ ਤੁਹਾਨੂੰ ਬਲੌਂਡ ਚੰਗੇ ਲੱਗਦੇ ਬਲੌਂਡ ਵੀ ਕਰ ਲਓ, ਪਰ ਇਹ ਨਾ ਸੋਚੋ ਕਿ ਜੇ ਮੈਨੂੰ ਪ੍ਰਮਾਤਮਾ ਨੇ ਕਾਲੇ ਦਿੱਤੇ ਤਾਂ ਮੈਂ ਸੋਹਣੀ ਨਹੀਂ ਲੱਗ ਰਹੀ, ਹੈਨਾ। ਉਹ ਮਤਲਬ ਮਾਈਂਡਸੈਟ ਤੁਹਾਡਾ ਇਦਾਂ ਦਾ ਨਹੀਂ ਹੋਣਾ ਚਾਹੀਦਾ। ਤੇ ਸਭ ਤੋਂ ਵੱਡੀ ਗੱਲ ਆਪਣੀ ਹੈਲਥ ਦਾ ਧਿਆਨ ਰੱਖੋ, ਜਿਹੜੀ ਚੀਜ਼ ਤੁਹਾਡੇ ਹੈਲਥ ਐਟ ਦ ਕਾਸਟ ਆਫ ਯੋਰ ਹੈਲਥ, ਜੇ ਤੁਸੀਂ ਕੁਝ ਇਦਾਂ ਦੀਆਂ ਚੀਜ਼ਾਂ ਕਰ ਰਹੇ ਹੋ ਤਾਂ ਉਹਨਾਂ ਨੂੰ ਜ਼ਰੂਰ ਅਵੋਇਡ ਕਰੋ। ਬਿਲਕੁਲ, ਜਿੱਦਾਂ ਹੈਲਥ ਦੀ ਕਿਉਂਕਿ ਗੱਲ ਤੁਸੀਂ ਜ਼ਿਕਰ ਕੀਤਾ ਕਿ ਫਿਟ ਇਨ ਹੋਣ ਲਈ ਅਸੀਂ ਕਿੰਨਾ ਕੁਛ ਹੀ ਕਰ ਜਾਂਦੇ ਜੀ, ਸਿਰਫ ਕੈਨੇਡਾ ਦੀ ਗੱਲ ਨਹੀਂ ਹੈ, ਕਿਤੇ ਵੀ ਦੇਖ ਲਓ ਕੁੜੀਆਂ ਕਿਤੇ ਵੀ ਹੁੰਦੀਆਂ, ਇੱਕ ਨਾ ਉਸ ਏਰੀਆ ਦਾ ਇੱਕ ਬਿਊਟੀ ਦਾ ਮੈਨੂੰ ਲੱਗਦਾ ਪੈਟਰਨ ਹੁੰਦਾ ਜਾਂ ਫੈਸ਼ਨ ਦਾ ਪੈਟਰਨ ਹੁੰਦਾ, ਤੇ ਉਸ ਹਿਸਾਬ ਨਾਲ ਅਸੀਂ ਕਿੰਨੀ ਦੂਰ ਤੱਕ ਨਿਕਲ ਜਾਂਦੇ ਹਾਂ। ਲਿਪ ਫਿਲਰਸ, ਪਰਮਾਨੈਂਟ ਲਿਪਸਟਿਕਸ, ਪਰਮਾਨੈਂਟ ਆਈਬ੍ਰਾਊਜ਼, ਹਰ ਕੁਛ ਚਾਹੁੰਦੇ ਆ ਪਰਮਾਨੈਂਟ ਹੋ ਜਾਏ। ਮਤਲਬ ਤੁਸੀਂ ਆਹ ਦੇਖ ਲਓ ਵੀ ਇਸ 'ਚ ਕਿੰਨੀ ਤਰਾਸਦੀ ਆ
ਲਿਪਸਟਿਕ ਜਿਹੜੀ ਲਾਉਣੀ ਹਾਂ ਉਹਨੂੰ ਫਿਰ ਰਾਤੀ ਲਾ ਦੇਣਾ ਜਾਂ ਉਤਰ ਜਾਂਦੀ ਹੈ ਹਾਂ। ਪਰ ਕੋਸ਼ਿਸ਼ ਇਹ ਰਹਿੰਦੀ ਹੈ ਵੀ ਇਹ ਪਰਮਾਨੈਂਟ ਹੋਵੇ, ਇਹ ਕਦੇ ਨਾ ਲੱਥੇ, ਸਾਡਾ ਚਿਹਰਾ ਸੋਹਣਾ ਹੀ ਰਵੇ। ਹਮੇਸ਼ਾ ਜਦੋਂ ਸੋਹਣਾ ਹੀ ਤੁਸੀਂ ਕਹਿੰਦੇ ਵੀ ਝੁਰੜੀਆਂ ਆਉਣ ਨਾ, ਦਿਸਣ ਹੀ ਨਾ, ਅਸੀਂ ਜੇ 30 ਦੇ ਆ ਤੇ 20 ਦੇ ਦਿਸੀਏ, 40 ਦੇ ਆ ਤੇ 30 ਦੇ, 50 ਦੇ ਤੇ 40 ਦੇ, ਤੇ ਅਮਨ ਗੱਲ ਇਹ ਵੀ ਕੰਪਲੀਮੈਂਟ ਹੋ ਗਿਆ, ਉਹ ਯੂ ਲੁਕਿੰਗ ਯੰਗ, ਮਤਲਬ ਯੂ ਨਾਟ ਲੁਕਿੰਗ 50, ਤੁਸੀਂ ਤਾਂ ਲੱਗਦੇ ਹੀ ਨਹੀਂ ਇੱਕ ਬੱਚੇ ਦੀ ਮਾਂ। ਉਹ ਕਿੱਡਾ ਆਪਣੇ ਆਪ ਨੂੰ ਕੌਨਫੀਡੈਂਸ ਬੂਸਟ ਦਿੰਦਾ ਹੈ ਨਾ। ਹਾਲਾਂਕਿ ਇੱਕ ਬੱਚੇ ਦੀ ਮਾਂ ਹੋਣਾ ਕਿੰਨੀ ਪ੍ਰਾਊਡ ਵਾਲੀ ਗੱਲ ਹੈ ਜੇ ਦੇਖਿਆ ਜਾਵੇ। ਅਸੀਂ ਉਸ ਚੀਜ਼ ਨੂੰ ਐਜ਼ ਅ ਕੰਪਲੀਮੈਂਟ ਐਕਸੈਪਟ ਕਰਦੇ ਵੀ ਮੈਂ ਤਾਂ ਮਾਂ ਲੱਗਦੀ ਨਹੀਂ, ਬਹੁਤ ਵਧੀਆ ਗੱਲ ਹੈ ਹੈਨਾ। ਹਾਲਾਂਕਿ ਬੱਚੇ ਦੀ ਮਾਂ ਹੋਣਾ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ। ਇੱਕ ਬੱਚੇ ਨੂੰ ਜਨਮ ਦੇਣਾ, ਉਹਨੂੰ ਪਾਲਣਾ ਪੋਸਣਾ, ਉਹਦਾ ਇਫੈਕਟ ਤੁਹਾਡੀ ਬੋਡੀ ਤੇ ਹੋਣਾ ਹੀ ਹੋਣਾ, ਕਿਉਂਕਿ ਤੁਹਾਨੂੰ ਪਰਮਾਤਮਾ ਨੇ ਇਸੇ ਤਰ੍ਹਾਂ ਡਿਜ਼ਾਈਨ ਕੀਤਾ ਹੈ ਨਾ। ਤਾਂ ਅਸੀਂ ਇੰਨੇ, ਸਾਡੀ ਲਾਈਫ ਵੀ ਇੰਨੀ ਬਿਜ਼ੀ ਹੈ ਕਿ ਅਸੀਂ ਇੰਨਾ ਜ਼ਿਆਦਾ ਧਿਆਨ ਕਈ ਵਾਰ ਨਹੀਂ ਵੀ ਦੇ ਪਾਉਂਦੇ ਵੀ ਅਸੀਂ ਨਾਲ ਦੀ ਨਾਲ ਹੀ ਫਿੱਟ ਹੋ ਜਾਈਏ। ਤੁਸੀਂ ਮੇਰੀ ਐਗਜ਼ਾਮਪਲ ਹੀ ਲੈ ਲਓ ਹਨਾ, ਹੁਣ ਹਾਲੇ 1 ਸਾਲ ਹੋਇਆ ਬੇਬੀ ਹੋਏ ਨੂੰ, ਤੇ ਉਹ ਚੀਜ਼ ਦਿਸਦੀ ਹੈ ਤੁਹਾਡੀ ਬੋਡੀ ਤੇ ਮੈਨੂੰ ਬੜਾ ਵਧੀਆ ਲੱਗਦਾ। ਪਰ ਤੁਹਾਨੂੰ ਨਹੀਂ ਕਦੀ ਏਦਾਂ ਲੱਗਦਾ ਕਿ ਜਿੱਦਾਂ ਹੁਣ ਬਾਕੀ ਤੁਸੀਂ ਵੀ ਕਿਉਂਕਿ ਇੰਡਸਟਰੀ, ਮੀਡੀਆ ਇੰਡਸਟਰੀ ਨਾਲ ਵੀ ਜੁੜੇ ਹੋਏ ਹੋ, ਵੀ ਤੁਸੀਂ ਦੇਖਦੇ ਹੋ ਵੀ ਜਿਨ੍ਹਾਂ ਨੇ ਬੇਬੀਜ਼ ਡਿਲੀਵਰ ਕੀਤੇ ਆ ਉਹ ਤਾਂ 6 ਮਹੀਨਿਆਂ 'ਚ ਫਿੱਟ ਹੋ ਕੇ ਬਹਿ ਗਈਆਂ ਨੇ ਤੇ ਸਾਰਾ ਕੁਝ ਹੀ ਵਧੀਆ, ਜਿਮ ਜੁਮ ਜਾਣ ਲੱਗੀ, ਏਦਾਂ ਦਾ ਪ੍ਰੈਸ਼ਰ ਨਹੀਂ ਹੁੰਦਾ? ਨਹੀਂ, ਮੈਨੂੰ ਬਿਲਕੁਲ ਵੀ ਨਹੀਂ ਲੱਗਦਾ, ਮੈਨੂੰ ਬਿਲਕੁਲ ਵੀ ਨਹੀਂ ਲੱਗਦਾ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਟਾਈਮ ਹੈ। ਟਾਈਮ ਦੇ ਨਾਲ ਆਪਣੇ ਆਪ ਜਦੋਂ ਤੁਸੀਂ ਐਕਟਿਵ ਹੋ ਜਾਂਦੇ ਹੋ, ਐਕਟਿਵ ਲਾਈਫ ਸਟਾਈਲ 'ਚ ਆ ਜਾਂਦੇ ਹੋ, ਫਿਰ ਜੋ ਤੁਹਾਡਾ ਨੈਚੁਰਲ ਫਿਜ਼ੀਕ ਹੈ ਦੁਬਾਰਾ ਵਾਪਸ ਆ ਹੀ ਜਾਂਦੀ ਹੈ। ਜੇ ਨਹੀਂ ਵੀ ਆਉਂਦੀ ਤਾਂ ਵੀ ਦੈਟਸ ਓਕੇ ਹਨਾ। ਉਹ ਹਮੇਸ਼ਾ ਤੁਹਾਡੀ ਬੋਡੀ ਇੱਕੋ ਜਿਹੀ ਨਹੀਂ ਰਹਿ ਸਕਦੀ। ਜੇ ਤੁਸੀਂ ਧੱਕੇ ਨਾਲ ਉਹਨੂੰ ਇੱਕੋ ਜਿਹੀ ਰੱਖੋਗੇ ਤਾਂ ਉਹ ਤੁਹਾਡੇ ਲਈ ਠੀਕ ਵੀ ਨਹੀਂ। ਅਮਨ ਇਹੀ ਗੱਲ ਹੈ, ਅੱਜ ਕੱਲ ਮੈਨੂੰ ਲੱਗਦਾ ਅਸੀਂ ਧੱਕੇ ਨਾਲ ਆਪਣੇ ਆਪ ਨੂੰ ਇੱਕ ਬਿਊਟੀ ਦੇ ਬ੍ਰੈਕਟ 'ਚ ਬੰਨ ਰਹੇ ਹਾਂ। ਮਤਲਬ ਜੇ ਮੈਂ ਨਹੀਂ ਵੀ ਚਾਹੁੰਦੀ ਨਾ ਕਿ ਵੀ ਮੈਂ, ਮੰਨ ਲਓ ਅਸੀਂ ਹੁਣ ਵਿਆਹ ਸ਼ਾਦੀ ਤੇ ਜਾਈਦਾ, ਪਾਰਟੀਜ਼ ਤੇ ਜਾਈਦਾ, ਅੱਛਾ ਇਹ ਵੀ ਬੜੀ ਇੰਟਰਸਟਿੰਗ ਗੱਲ ਹੈ ਵੀ ਸਿਰਫ ਬ੍ਰਾਈਡ ਤੇ ਗਰੂਮ ਹੀ ਨਹੀਂ ਤਿਆਰ ਹੁੰਦੇ, ਉਹਨਾਂ ਦਾ ਪਰਿਵਾਰ, ਅੱਛਾ ਗਾਹ ਗੈਸਟ ਵੀ ਉਹਨਾਂ ਹੀ ਜ਼ੋਰ ਲਾਉਂਦੇ ਨੇ ਉਸ ਦੇਖਣ ਲਈ, ਉਹਨਾਂ ਨੇ ਵੀ ਉਹ ਸਾਰੀਆਂ ਟ੍ਰੀਟਮੈਂਟਸ ਕਰਾਉਣੀਆਂ ਨੇ। ਤੇ ਮੈਨੂੰ ਸੁਣਨ 'ਚ ਵੀ ਆਇਆ ਸੀ ਵੀ ਜਿੱਦਾਂ ਹੁਣ ਬ੍ਰਾਈਡ ਐਂਡ ਗਰੂਮ ਹੈ, ਉਹਨਾਂ ਦੀਆਂ ਜਿਹੜੀਆਂ ਮਾਮਾ ਜਾਂ ਫੈਮਲੀਜ਼ ਨੇ ਉਹ ਇੰਜੈਕਸ਼ਨਸ ਲਵਾਉਂਦੇ ਨੇ, ਬੋਟੌਕਸ ਕਰਦੇ ਨੇ, ਸਟੀਰੋਇਡਸ ਲੈਂਦੇ ਨੇ ਕਿ ਅਸੀਂ ਉਸ ਦਿਨ ਸੋਹਣੇ ਲੱਗੀਏ, ਇੱਕ ਦਿਨ ਸੋਹਣੇ ਲੱਗੀ, ਗਾਹ ਪਿਛਾਂ ਕੁਛ ਨਹੀਂ ਪਤਾ ਉਸ ਦਿਨ। ਤੇ ਤੁਸੀਂ ਆਹ ਦੇਖੋ ਵੀ ਸਾਨੂੰ ਕਿੰਨਾ ਜ਼ਿਆਦਾ ਕਨਫਰਮ ਕਰਨਾ ਪੈਂਦਾ। ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਅੱਜ ਵਿਆਹ ਤੇ ਚੱਲੀ ਆ, ਮੈਂ ਜੂੜਾ ਕਰ ਲਿਆ, ਮੈਂ ਕਾਂਟੇ ਪਾ ਲਏ, ਕਾਜਲ ਲਾ ਲਿਆ, ਸੂਟ ਸੋਹਣਾ ਪਾ ਲਿਆ ਤੇ ਮੈਂ ਤੁਰ ਗਈ, ਨਹੀਂ, ਮੈਂ ਉਹ ਨਹੀਂ ਕਰ ਸਕਦੀ, ਕਿਉਂਕਿ ਮੈਨੂੰ ਵਾਲ ਇੱਕ ਤਰੀਕੇ ਦੇ ਕਰਨੇ ਪੈਣੇ ਆ, ਮੈਨੂੰ ਮੇਕਅਪ ਇੱਕ ਤਰੀਕੇ ਦਾ ਕਰਨਾ ਪੈਣਾ, ਨਹੀਂ ਤੇ ਲੋਕਾਂ ਨੇ ਕਹਿਣਾ ਤੇ ਸੁੱਤੀ ਉੱਠ ਕੇ ਆ ਗਈ। ਤੁਸੀਂ ਦੇਖੋ ਕਿੰਨਾ ਪ੍ਰੈਸ਼ਰ, ਸੋਸਾਇਟੀ ਦਾ ਪ੍ਰੈਸ਼ਰ ਹੈ। ਸੋਸਾਇਟੀ ਤੇ ਜਿਹੜਾ ਪ੍ਰੈਸ਼ਰ ਹੈ ਉਹ ਮਾਰਕੀਟ ਦਾ ਪ੍ਰੈਸ਼ਰ ਹੈ, ਸੋਸ਼ਲ ਮੀਡੀਆ ਦਾ ਪ੍ਰੈਸ਼ਰ ਹੈ। ਜੋ ਕੁਝ ਅਸੀਂ ਮੀਡੀਆ 'ਚ ਦੇਖਦੇ ਹਾਂ, ਜੋ ਕੁਝ ਅਸੀਂ ਮੂਵੀਜ਼ 'ਚ ਦੇਖਦੇ ਹਾਂ, ਗਾਣਿਆਂ 'ਚ ਦੇਖਦੇ ਹਾਂ, ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਦੇਖਦੇ ਹਾਂ, ਫੇਸਬੁੱਕ ਤੇ ਮਾਡਲਸ ਨੂੰ ਦੇਖਦੇ ਹਾਂ, ਉਹ ਤੇ ਤੋਂ ਅਸੀਂ ਬਹੁਤ ਜ਼ਿਆਦਾ ਇਨਫਲੂਐਂਸ ਹੋ ਜਾਂਦੇ ਹਾਂ। ਸਾਨੂੰ ਇਹ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਦਿਸਾਂਗੇ ਬਸ ਸਿਰਫ ਤਾਂ ਹੀ ਸੋਹਣੇ ਲੱਗਾਂਗੇ, ਪਰ ਗੱਲ ਇਹ ਹੈ ਕਿ ਬਿਊਟੀ ਦੀ ਕੋਈ ਡੈਫੀਨੇਸ਼ਨ ਹੈ ਹੀ ਨਹੀਂ ਜੇ ਆਪਾਂ ਦੇਖੀਏ। ਹਾਂ, ਅਸੀਂ ਕੋਸ਼ਿਸ਼ ਇਹੀ ਕਰ ਰਹੇ ਵੀ ਦੇਖੀ ਵੀ ਪਰਿਭਾਸ਼ਾ ਕੋਈ ਹੈਗੀ ਆ, ਕਿਹਨੂੰ ਕੌਣ ਸੋਹਣਾ ਲੱਗਦਾ ਹੈ, ਸੋਹਣੇ ਦੇ ਪੈਰਾਮੀਟਰਸ ਕੀ ਨੇ, ਕੀ ਇਹ ਚੀਜ਼ਾਂ ਕਰਕੇ ਮੈਂ ਸੋਹਣੀ ਹੋ ਜਾਵਾਂਗੀ। ਅੱਛਾ ਜੇ ਮੈਂ ਸੋਹਣੀ ਦਿਸ ਗਈ ਪਰ ਮੈਨੂੰ ਨਾ ਬੋਲਣ ਦਾ ਚੱਜ ਹੈ, ਮੈਂ ਟੁੱਟ ਕੇ ਲੋਕਾਂ ਨੂੰ ਪੈ ਰਹੀ ਹਾਂ, ਮੈਂ ਇੱਕ ਵਧੀਆ ਹਿਊਮਨ ਬੀਇੰਗ ਨਹੀਂ ਆ ਸੋਸਾਇਟੀ ਦੇ ਅੰਦਰ, ਕਿ ਮੈਂ ਫੇਰ ਵੀ ਸੋਹਣੀ ਆ। ਕਿਉਂਕਿ ਤੁਸੀਂ ਦੇਖੋ ਵੀ ਅੱਜ ਕੱਲ ਹਾਲੀਵੁੱਡ 'ਚ ਵੀ ਇੱਕ ਸਲੀਨਾ ਗੋਮੇਜ਼ ਜਿਹੜੇ ਹੈਗੇ ਹੈ ਨਾ, ਜਸਟਿਨ ਬੀਬਰ ਦੇ ਐਕਸ ਗਰਲਫ੍ਰੈਂਡ, ਉਹਨਾਂ ਨੂੰ ਕਿੰਨਾ ਬੋਡੀ ਸ਼ੇਮ ਕੀਤਾ ਜਾਂਦਾ ਵੀ ਤੂੰ ਸੈਲੀਬ੍ਰਿਟੀ ਹੋ ਕੇ ਤੂੰ ਭਾਰ ਕਿਵੇਂ ਵਧਾ ਲਿਆ, ਔਰ ਉਹਦੇ ਅੰਦਰ ਪ੍ਰੈਸ਼ਰ ਕਿੰਨਾ ਹੈ। ਕਿਉਂਕਿ ਤੁਸੀਂ ਸੋਸ਼ਲ ਮੀਡੀਆ ਦਾ ਜ਼ਿਕਰ ਕੀਤਾ, ਅਮਨ ਆਪ ਸਾਨੂੰ ਕਈ ਵਾਰ ਲੱਗਦਾ ਵੀ ਮੈਂ ਆਪਣੀ ਨੈਚੁਰਲ ਫੋਟੋ ਪਾ ਸਕਦੀ ਹਾਂ। ਇੱਕ ਤਾਂ ਮੈਂ ਫਾਊਂਡੇਸ਼ਨ ਲਾਵਾਂ, ਫਿਰ ਮੈਂ ਫੋਟੋ ਦੇ ਉੱਤੇ ਡਬਲ ਫਿਲਟਰ ਲਗਾਵਾਂ ਵੀ ਮੈਂ ਸੋਹਣਾ ਦਿਸਣਾ। ਸੋ ਮੈਂ ਕੀ ਆ ਤੁਹਾਨੂੰ ਤਾਂ ਕਦੇ ਨਹੀਂ ਪਤਾ ਲੱਗਣਾ, ਅਨਲੈਸ ਯੂ ਸੀ ਮੀ ਇਨ ਰੀਅਲ ਲਾਈਫ। ਤੁਹਾਨੂੰ ਕੀ ਪਤਾ ਵੀ ਜੈਸਮੀਨ ਕਿੱਦਾਂ ਦੀ ਹੈ। ਕਿੰਨਾ ਪ੍ਰੈਸ਼ਰ ਸੋਸ਼ਲ ਮੀਡੀਆ ਦਾ ਆਪਾਂ ਹੁਣ ਦੇਖਦੇ ਹਾਂ। ਬਿਲਕੁਲ, ਹਰਨਾਜ਼ ਕੌਰ ਸੰਧੂ ਜੀ ਬਿਲਕੁਲ ਮਿਸ ਯੂਨੀਵਰਸ ਰਹੇ ਆ ਜਿਹੜੇ ਹੁਣ ਰੀਸੈਂਟਲੀ, ਤੇ ਉਹਨਾਂ ਨੇ ਕਾਫੀ weight gain ਕਰ ਲਿਆ, ਉਹਨਾਂ ਨੂੰ ਲੋਕਾਂ ਨੇ ਬੜਾ ਟ੍ਰੋਲ ਕੀਤਾ ਹੈ। ਪਰ ਜੇ ਦੇਖਿਆ ਜਾਵੇ ਉਹਨਾਂ ਦੀ ਅਚੀਵਮੈਂਟ ਕਿੰਨੀ ਵੱਡੀ ਹੈ। ਅਸੀਂ ਸਿਰਫ ਇੰਨੀ ਨਿੱਕੀ ਜਿਹੀ ਚੀਜ਼ ਪਿੱਛੇ ਉਹਦੀ ਬੋਡੀ 'ਚ ਕੋਈ ਚੇਂਜਸ ਆ ਗਏ, ਕੁਝ ਹੋ ਗਿਆ, ਤਾਂ ਉਹਦੇ 'ਚ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਠੀਕ ਹੈ। ਪਰ ਉਹ ਇੱਕ ਪਬਲਿਕ ਫਿਗਰ ਨੇ, ਉਹਨਾਂ ਨੂੰ ਮੇਨਟੇਨ ਕਰਨਾ ਪੈਂਦਾ। ਪਰ ਜੇ ਇਨ ਕੇਸ ਨਹੀਂ ਕਰ ਪਾ ਰਹੇ ਤਾਂ ਅਸੀਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ।
पर सोशल मीडिया ਦਾ ਪ੍ਰੈਸ਼ਰ ਉਹੀ ਹੈ ਨਾ। अब ਹੁਣ ਹਰਨਾਜ਼ ਜੇ ਨਹੀਂ ਠੀਕ ਲੇਕਿਨ ਸੋਸ਼ਲ ਮੀਡੀਆ ਤੇ ਦੇਖਣ ਵਾਲਾ ਕਹੇਗਾ ਤੂੰ ਬਿਊਟੀ ਕੁਈਨ ਹੈ। ਹਾਂ ਬਿਊਟੀ ਕੁਈਨ ਤੇ ਬਿਊਟੀ ਕੁਈਨ ਆਊਟ ਆਫ ਬਿਊਟੀ ਕਿਵੇਂ ਹੋ ਸਕਦੀ? ਬਿਊਟੀ ਕੁਈਨ ਮੋਟੀ ਨਹੀਂ ਹੋ ਸਕਦੀ ਬਿਲਕੁਲ ਨਹੀਂ ਹੋ ਕਿਉਂਕਿ ਮੋਟੇ ਸੋਹਣੇ ਥੋੜੀ ਹੁੰਦੇ ਆ। ਇਹ ਦੇਖੋ ਕਿੰਨਾ ਸਟੈਂਡਰਡ ਕਨਸੈਪਸ਼ਨ ਹੈ ਨਾ ਸਾਡੇ ਦਿਮਾਗ 'ਚ ਬਣੀ ਹੋਈ ਕਿ ਨਾ ਮੋਟਾ ਸੋਹਣਾ ਹੁੰਦਾ, ਇੱਕ ਤਰ੍ਹਾਂ ਦੇ ਸਕਿਨ ਕਲਰ ਸੋਹਣਾ ਨਹੀਂ ਹੁੰਦਾ, ਏਦਾਂ ਸੋਹਣਾ ਨਹੀਂ ਹੁੰਦਾ। ਅੱਛਾ ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਨਾ ਮੰਮੀ ਸਾਡੇ ਬਹੁਤ ਵਾਰ ਕਹਿ ਚੁੱਕੇ ਆ ਵੀ ਨੇਲ ਪਾਲਿਸ਼ ਲਾਇਆ ਕਰ, ਨੇਲਸ ਆ ਕੀ ਦੱਸਦੇ ਹੁੰਦੇ ਨੇ। ਹੁਣ ਮੈਨੂੰ ਆਦਤ ਨਹੀਂ ਹੈਗੀ ਪਰ ਕਈ ਵਾਰ ਜਦੋਂ ਬੈਠੇ ਹੁੰਦੇ ਆ ਬਾਕੀਆਂ ਦੋਸਤਾਂ ਨਾਲ ਉਹਨਾਂ ਦੇ ਜਦੋਂ ਨੌ ਏਦਾਂ ਐਕਸਟੈਂਸ਼ਨਸ ਲੱਗੇ ਹੁੰਦੇ ਤੇ ਆਪ ਨੂੰ ਕਈ ਵਾਰ ਆਏ ਹੁੰਦਾ ਵੀ ਹੱਥ ਲੁਕਾਉਣੇ ਪੈਂਦੇ ਆ। ਬਟ ਗੱਲ ਇਹ ਹੈ ਕਿ ਮੈਨੂੰ ਕੰਫਰਟ ਇਹਦੇ ਚ ਨਜ਼ਰ ਆਉਂਦਾ, ਮੇਰੇ ਲਈ ਇਹ ਠੀਕ ਹੈ, ਮੇਰੇ ਲਈ ਇਹ ਹੈ ਵੀ ਮੈਨੂੰ ਏਦਾਂ ਹੀ ਸਹੀ ਹੈ। ਪਰ ਕਈ ਵਾਰ ਮੈਂ ਦੇਖਿਆ ਵੀ ਚਲੋ ਅਸੀਂ ਜੇ ਨਹੀਂ ਲਾਉਂਦੇ ਕੁੜੀਆਂ ਨੂੰ ਸੋਸ਼ਲ ਮੀਡੀਆ ਨੂੰ ਦੇਖ ਦੇਖ ਕੇ ਪ੍ਰੈਸ਼ਰ ਆਉਂਦਾ ਬਿਲਕੁਲ ਵੀ ਫਲਾਣੇ ਦੀ ਫੋਟੋ ਤੇ ਇੰਨੇ ਲਾਈਕਸ ਆ ਗਏ, ਫਲਾਣੇ ਨੇ ਏਦਾਂ ਕੱਪੜੇ ਪਾਏ ਸੀ, ਏਦਾਂ ਸੋਹਣੀ ਲੱਗਦੀ ਸੀ ਤੇ ਸਾਨੂੰ ਐਂ ਲੱਗਣ ਲੱਗ ਜਾਊ ਵੀ ਅਸੀਂ ਫੋਟੋ ਪਾਈ ਤੇ ਜੇ ਕਿਤੇ ਇੱਕ ਅੱਧਾ ਕਮੈਂਟ ਗਲਤ ਆ ਵੀ ਜਾਂਦਾ ਹੈ, ਲੋਕੀ ਇੰਨੇ ਹਾਰਸ਼ ਨੇ ਅੱਜ ਕੱਲ ਵੀ ਪਹਿਲਾਂ ਜਾਓ ਆਪਣੀ ਸ਼ਕਲ ਦੇਖ ਕੇ ਆਓ, ਤੁਹਾਡੇ ਪਿੰਪਲਸ ਨਜ਼ਰ ਆਉਂਦੇ ਨੇ, ਉਸ ਚ ਕਿੰਨਾ ਬੰਦਾ ਡਿਪਰੈਸ ਹੋ ਸਕਦਾ ਹੈ। ਮਤਲਬ ਬਿਊਟੀ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ ਤੁਹਾਨੂੰ? ਬਿਲਕੁਲ ਮਤਲਬ ਇਟ ਕੁਡ ਬੀ ਸੋ ਸੁਸਾਈਡਲ। ਤੁਸੀਂ ਸੁਣੇ ਹੋਣਗੇ ਕੇਸ ਜਿਸ ਚ ਕੁੜੀਆਂ ਐਬਸੋਲੂਟਲੀ ਸੋਚਦੀਆਂ ਵੀ ਹੁਣ ਜ਼ਿੰਦਗੀ ਸਾਡੀ ਖਤਮ ਹੋ ਗਈ ਹੈ। ਅਸਲ 'ਚ ਅਸੀਂ ਆਪਸ 'ਚ ਵੀ ਇੱਕ ਦੂਸਰੇ ਨੂੰ ਪ੍ਰੈਸ਼ਰਾਈਜ਼ ਕਰਦੇ ਹਾਂ। ਕਈ ਥਾਵਾਂ ਤੇ ਮੈਂ ਦੇਖਿਆ ਵਰਕ ਪਲੇਸਿਸ ਤੇ ਵੀ ਤੁਹਾਨੂੰ ਕਿਤੇ ਨਾ ਕਿਤੇ ਪੁਆਇੰਟ ਆਊਟ ਕੀਤਾ ਜਾਂਦਾ ਜੇ ਤੁਸੀਂ ਅਪ ਟੂ ਦ ਸਟੈਂਡਰਡਸ ਸੋ ਕਾਲਡ ਸਟੈਂਡਰਡਸ ਤੁਸੀਂ ਉਦਾਂ ਨਹੀਂ ਦਿਸਦੇ ਤਾਂ ਤੁਹਾਨੂੰ ਕਿਹਾ ਜਾਂਦਾ ਕਿ ਨਹੀਂ ਤੁਸੀਂ ਯੂ ਆਰ ਅ ਵਰਕਿੰਗ ਵੂਮਨ, ਹਨਾ ਕਿ ਤੁਹਾਨੂੰ ਥੋੜਾ ਜਿਹਾ ਹੁਣ ਹੋਰ ਤਰ੍ਹਾਂ ਡਰੈਸ ਅਪ ਹੋਣਾ ਚਾਹੀਦਾ ਹੈ। ਤੁਹਾਡੇ ਕਈ ਵਾਰ ਪੇਰੈਂਟਸ ਵੀ ਜਾਂ ਫਿਰ ਤੁਹਾਡੇ ਆਪਣੇ ਪਰਿਵਾਰ ਚੋਂ ਹੀ ਤੁਹਾਨੂੰ ਕੋਈ ਨਾ ਕੋਈ ਟੋਕਦਾ ਰਹਿੰਦਾ ਹੈ। ਉਹ ਚੀਜ਼ਾਂ ਦਾ ਵੀ ਪ੍ਰੈਸ਼ਰ ਮੈਨੂੰ ਲੱਗਦਾ ਕਾਫੀ ਹੁੰਦਾ। ਸਾਡਾ ਆਪਸ 'ਚ ਜਿਹੜਾ ਕਲੀਗਸ ਦਾ ਹੋ ਗਿਆ, ਫਰੈਂਡਸ ਦਾ ਹੋ ਗਿਆ, ਆਪਸ 'ਚ ਬਹੁਤ ਪ੍ਰੈਸ਼ਰ ਹੁੰਦਾ। ਮਾਰਕੀਟ 'ਚ ਬਿਊਟੀ ਦਾ ਪ੍ਰੈਸ਼ਰ ਇੰਨਾ ਵੱਧ ਗਿਆ ਕਿ ਮੰਨ ਲਓ ਮੈਂ ਅੱਜ ਇੱਕ ਤਰ੍ਹਾਂ ਦਾ ਕਾਜਲ ਲਾ ਰਹੀ ਹਾਂ ਜਾਂ ਮਸਕਾਰਾ ਲਾ ਰਹੀ ਹਾਂ, ਇਹ ਇਨਫ ਨਹੀਂ ਹੈਗਾ। 100 ਤਾਂ ਤਰੀਕੇ ਨੇ ਮਸਕਾਰਾ ਲਾਉਣ ਦੇ, 100 ਪ੍ਰੋਡਕਟਸ ਨੇ ਮਸਕਾਰਾ ਦੇ, ਤੇ ਕੋਈ ਕਹਿੰਦਾ ਵੀ ਇਹ ਭਰਵੱਟੇ ਏਦਾਂ ਕਰ ਦਿੰਦੀਆਂ, ਕੋਈ ਕਹਿੰਦਾ ਲੈਸ਼ਸ ਨੂੰ ਏਦਾਂ ਕਰ ਦਿੰਦੀਆਂ, ਲਿਪ ਦੇ ਗਲੋਸਿਸ ਵੱਖਰੇ ਨੇ। ਅੱਛਾ ਮੇਕਅਪ ਸਾਡੇ ਇਹ ਨਹੀਂ ਹੈ ਵੀ ਤੂੰ ਅਸੀਂ ਕਰੀਮ ਲਾਈ ਫਾਊਂਡੇਸ਼ਨ ਲਾਇਆ, ਨਹੀਂ 6 ਸਟੈਪ ਹੈਗੇ। ਜੇ ਤੁਸੀਂ ਉਹ ਫੋਲੋ ਨਹੀਂ ਕਰਦੇ ਨਾ ਕੁਝ ਮਿਸ ਹੋ ਜਾਏਗਾ, ਤੁਸੀਂ ਸੋਹਣੇ ਨਹੀਂ ਲੱਗ ਰਹੇ, ਤੁਸੀਂ ਮਿਸ ਆਊਟ ਹੋ ਜਾਓਗੇ। ਬਿਲਕੁਲ। ਸੋ ਇੰਡਸਟਰੀ ਦਾ ਇੱਕ ਪ੍ਰੈਸ਼ਰ ਕਾਸਮੈਟਿਕ ਇੰਡਸਟਰੀ, ਔਰ ਕਾਸਮੈਟਿਕ ਇੰਡਸਟਰੀ ਅਮਨ ਤੁਹਾਨੂੰ ਨਹੀਂ ਲੱਗਦਾ ਉਹਨਾਂ ਨੇ ਰਿਅਲਾਈਜ਼ ਕਰ ਲਿਆ ਵੀ ਕਿਤੇ ਨਾ ਕਿਤੇ ਔਰਤਾਂ ਵੈਲੀਡੇਸ਼ਨ ਮੰਗਦੀਆਂ। ਇਹ ਜਿਹਨੂੰ ਕਹਿੰਦੇ ਆ ਨਾ ਕੰਫਰਟੇਬਲ ਇਨ ਯੋਰ ਸਕਿਨ, ਇਹ ਕਹਿਣ ਦੀਆਂ ਹੀ ਗੱਲਾਂ ਨੇ। ਇਹ ਵੈਲੀਡੇਸ਼ਨ ਸਾਡੇ ਤੋਂ ਮੰਗਦੀਆਂ ਨੇ, ਆਪੋਜ਼ਿਟ ਸੈਕਸ ਤੋਂ ਮੰਗਦੀਆਂ ਨੇ, ਆਪਣੇ ਦੋਸਤਾਂ ਤੋਂ, ਆਪਣੇ ਪਰਿਵਾਰ ਤੋਂ, ਵੀ ਜੇ ਮੈਂ ਤਿਆਰ ਹੋਈ ਹਾਂ ਮੈਨੂੰ ਦੱਸੋ ਮੈਂ ਸੋਹਣੀ ਦਿਸ ਰਹੀ ਹਾਂ। ਅਨਲੈਸ ਤੁਸੀਂ ਮੈਨੂੰ ਇਹ ਨਹੀਂ ਦੱਸੋਗੇ ਕਿ ਮੈਂ ਸੋਹਣੀ ਦਿਸ ਰਹੀ ਹਾਂ, ਮੈਂ ਜਿੰਨੀ ਮਰਜ਼ੀ ਆਪਣੇ ਆਪ 'ਚ ਕੌਨਫੀਡੈਂਸ ਹੋਏ ਉਹ ਮੇਰਾ ਬਣਨਾ ਨਹੀਂ ਹੈ। ਬਿਲਕੁਲ ਪਤਾ ਨਹੀਂ ਇਹ ਨੈਚੁਰਲੀ ਹੈ, ਇਹ ਵਿਮਨ 'ਚ ਜ਼ਿਆਦਾ ਦੇਖੀ ਜਾਂਦੀ ਹੈ ਕਿ ਇਹਨਾਂ ਨੂੰ ਹੁੰਦਾ ਕਿ ਸਾਨੂੰ ਕੋਈ ਨਾ ਕੋਈ ਕਵੇ ਵੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਜੇ ਸਾਨੂੰ ਇੱਕ ਦਿਨ ਵੀ ਮਤਲਬ ਦਿਨ 'ਚ ਇੱਕ ਜਣੇ ਨੇ ਵੀ ਕਹਿਤਾ ਤਾਂ ਸਾਡਾ ਦਿਨ ਜਿਹੜਾ ਸਫਲ ਹੋ ਜਾਂਦਾ ਹਨਾ, ਤਿਆਰ ਹੋ ਜਾਂਦਾ ਜਾਂ ਮੇਕਅਪ ਕੀਤਾ ਦਾ। ਜਿੰਨਾ ਚਿਰ ਕੋਈ ਕਹਿੰਦਾ ਨਹੀਂ ਉਹਨਾਂ ਟਾਈਮ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਹਾਂ ਵਾਕਈ ਠੀਕ ਹੈ, ਹਾਂ ਕਿ ਅਸੀਂ ਠੀਕ ਲੱਗ ਰਹੇ। ਸੋ ਇੰਤਹਾ ਬਿਊਟੀ ਦੀ ਤਾਂ ਅਸੀਂ ਜਿੰਨੀ ਗੱਲ ਕਰੀਏ ਉਨੀ ਘੱਟ ਹੈ। ਮੈਂ ਇਦਾਂ ਵੀ ਮਾਡਲਸ ਦੇਖੇ ਨੇ ਜਿਨ੍ਹਾਂ ਦੇ ਸਕਿਨ ਕਲਰ ਇਨ ਅ ਪਾਰਟਿਕੂਲਰ ਡਾਰਕ ਸਕਿਨਡ ਹੈਗੇ ਆ, ਜਿਹੜੇ ਪਤਲੇ ਨੇ, ਮੋਟੇ ਨੇ, ਬਹੁਤ ਕੁਝ ਚੇਂਜ ਹੋ ਰਿਹਾ ਪਰ ਹਜੇ ਵੀ ਆਈ ਥਿੰਕ ਦ ਪ੍ਰੈਸ਼ਰ ਆਫ ਬਿਊਟੀ ਇੰਡਸਟਰੀ ਔਰ ਸਾਡੇ ਵਰਗਿਆਂ ਦਾ ਉਸ ਪ੍ਰੈਸ਼ਰ ਤੇ ਅਧੀਨ ਹੋਣਾ ਜਾਂ ਡਿਪੈਂਡੈਂਟ ਹੋਣਾ ਹਜੇ ਵੀ ਖਤਮ ਨਹੀਂ ਹੋ ਰਿਹਾ। ਮੈਨੂੰ ਲੱਗਦਾ ਇਹਦਾ ਸੋਲੂਸ਼ਨ ਇਹੀ ਹੈ ਕਿ ਅਸੀਂ ਆਪ ਹੀ ਆਪਣੇ ਆਪ ਨੂੰ ਸਮਝਾ ਸਕਦੇ ਹਾਂ। ਜੇ ਅਸੀਂ ਆਪ ਇਸ ਚੀਜ਼ ਨੂੰ ਐਕਸੈਪਟ ਕਰਨ ਲਈ ਤਿਆਰ ਨਹੀਂ ਤਾਂ ਫਿਰ ਕੋਈ ਕੁਝ ਨਹੀਂ ਕਰ ਸਕਦਾ, ਹਨਾ। ਸਾਨੂੰ ਫਰਕ ਹੀ ਨਹੀਂ ਪੈਣਾ ਚਾਹੀਦਾ ਕਿ ਕੋਈ ਕੀ ਸੋਚ ਰਿਹਾ। ਜੇ ਤੁਸੀਂ ਆਪਣੇ ਆਪ 'ਚ ਕੰਫਰਟੇਬਲ ਹੋ, ਆਪਣੀ ਸਕਿਨ 'ਚ ਕੰਫਰਟੇਬਲ ਹੋ, ਆਪਣੇ ਕੱਪੜਿਆਂ ਨਾਲ ਕੰਫਰਟੇਬਲ ਹੋ, ਆਪਣੀ ਬੋਡੀ ਸ਼ੇਪ ਨਾਲ ਕੰਫਰਟੇਬਲ ਹੋ, ਤਾਂ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਕੌਨਫੀਡੈਂਟ ਹੋ ਤਾਂ ਤੁਸੀਂ ਸੋਹਣੇ ਲੱਗੋਗੇ ਹੀ। ਬਿਲਕੁਲ, ਮੈਨੂੰ ਤਾਂ ਇੰਨਾ ਕੁ ਪਤਾ ਹਾਂ ਕਿ ਚਾਹੇ ਤੁਸੀਂ ਜੋ ਵੀ ਪਾਇਆ, ਜੋ ਵੀ ਲਾਇਆ, ਜਿਹੋ ਜਿਹੇ ਵੀ ਤੁਸੀਂ ਦਿਸ ਰਹੇ ਹੋ, ਜੇ ਤੁਸੀਂ ਆਪਣੇ ਆਪ 'ਚ ਕੌਨਫੀਡੈਂਟ ਹੋ ਨਾ ਤਾਂ ਤੁਸੀਂ ਸਾਹਮਣੇ ਵਾਲੇ ਨੂੰ ਜ਼ਰੂਰ ਸੋਹਣੇ ਲੱਗੋਗੇ। ਜੇ ਤੁਸੀਂ ਆਪ ਹੀ ਕੌਨਫੀਡੈਂਟ ਨਹੀਂ ਹੈਗੇ, ਜੇ ਤੁਸੀਂ ਆਪ ਹੀ ਤੁਹਾਨੂੰ ਲੱਗ ਰਿਹਾ ਨਹੀਂ ਮੈਂ ਨਹੀਂ ਸੋਹਣੀ ਲੱਗ ਰਹੀ ਜਾਂ ਮੇਰਾ ਇਹ ਨਹੀਂ ਠੀਕ ਹੈਗਾ, ਤਾਂ ਮਜਾਲ ਹੈ ਕਿ ਤੁਸੀਂ ਕਿਸੇ ਨੂੰ ਸੋਹਣੇ ਲੱਗ ਜਾਓ। ਬਿਲਕੁਲ ਸਹੀ, ਮੈਨੂੰ ਲੱਗਦਾ ਇਹੀ ਹੈ ਬਸ। ਜਦੋਂ ਤੁਹਾਨੂੰ ਇਹ ਚੀਜ਼ ਸਮਝ ਆ ਗਈ ਤਾਂ ਤੁਸੀਂ ਇਹ ਟ੍ਰੈਪ 'ਚ ਨਹੀਂ ਫਸੋਗੇ। ਬਿਲਕੁਲ ਸਹੀ ਗੱਲ ਤੁਸੀਂ ਜਿਹੜੀ ਕਹੀ ਹੈ ਨਾ, ਮੈਂ ਇਸ ਗੱਲ ਤੋਂ ਬਿਲਕੁਲ ਐਗਰੀ ਕਰਦੀ ਹਾਂ ਵੀ ਜਿੰਨੀ ਦੇ ਕਈ ਵਾਰ ਕੁਝ ਵੀ ਕਰ ਲਓ, ਸਾਰਾ ਕੁਝ ਲਾ ਲਓ, ਮੈਂ ਕਹਿੰਦੀ ਹਾਂ ਦੁਨੀਆ ਦੀ ਬੈਸਟ ਮੇਕਅਪ ਪ੍ਰੋਡਕਟਸ ਲਾ ਲਓ, ਲਗਾ ਲਓ,
ਆਪਣੇ ਉੱਤੇ ਬੜਾ ਖਰਚਾ ਕਰ ਲਓ, ਜਿੰਨਾ ਕਰ ਸਕਦੇ ਹੋ ਟ੍ਰੀਟਮੈਂਟਸ ਲੈ ਲਓ, ਫਿਰ ਵੀ ਜੇ ਕਿਤੇ ਤਿਆਰ ਹੋ ਕੇ ਜਦੋਂ ਨਿਕਲਦੇ ਹੋ ਇਹ ਲੱਗੇ ਕਿ ਮੈਂ ਸੋਹਣੀ ਲੱਗ ਰਹੀ ਹਾਂ, ਐਮ ਆਈ ਲੁਕਿੰਗ ਬਿਊਟੀਫੁਲ, ਫਿਰ ਨਹੀਂ ਲੱਗਣਾ, ਉੱਥੇ ਤੁਸੀਂ ਖਤਮ। ਪਰ ਭਾਵੇਂ ਤੁਸੀਂ ਮੈਨੂੰ ਲੱਗਦਾ ਵੀ 10 ਜਾਂ 20 ਡਾਲਰ ਦਾ ਮੇਕਅਪ ਲਿਆ ਹੋਵੇ, ਸਸਤਾ ਜਿਹਾ ਲਿਆ ਹੋਵੇ, ਚਾਹੇ ਨਾ ਹੀ ਲਿਆ ਹੋਵੇ, ਕੁਛ ਵੀ ਨਾ ਲਿਆ ਹੋਵੇ, ਵਾਲ ਬਣ ਕੇ ਨਾ ਵੀ ਬੰਨੇ ਹੁਣ ਜਿੱਦਾਂ ਦੇ ਹੈਗੇ, ਇੱਕ ਸਮਾਈਲ ਦੇ ਨਾਲ ਬਾਹਰ ਨਿਕਲੋਗੇ, ਤੇ ਉਹ ਮੈਨੂੰ ਲੱਗਦਾ ਵੀ ਤੁਹਾਡੀ ਬਾਡੀ ਦੇ ਅੰਦਰ ਦਾ ਜਿਹੜਾ ਕੌਨਫੀਡੈਂਸ ਹੈ ਨਾ, ਉਹ ਚਿਹਰੇ ਦੇ ਨੂਰ ਬਣ ਕੇ ਨਿਕਲਦਾ। ਪਰ ਆਰਟੀਫੀਸ਼ੀਅਲ ਗਲੋ ਫਿਰ ਕੁਝ ਨਹੀਂ ਕਰਦਾ। ਜੇ ਤੁਸੀਂ ਅੰਦਰੋਂ ਗਲੋ ਕਰ ਰਹੇ ਹੋ ਨਾ, ਅੰਦਰੋਂ ਖੁਸ਼ ਹੋ, ਅੰਦਰੋਂ ਕੌਨਫੀਡੈਂਟ ਹੋ, ਉਹ ਦਿਸੂਗਾ ਬਾਹਰ, ਤੇ ਤੁਸੀਂ ਜ਼ਰੂਰ ਸੋਹਣੇ ਲੱਗੋਗੇ, ਹਰ ਕਿਸੇ ਨੂੰ ਸੋਹਣੇ ਲੱਗੋਗੇ। ਤੁਹਾਡਾ ਚਿਹਰਾ ਹੱਸਦਾ ਹੋਊਗਾ, ਤੁਸੀਂ ਸਭ ਨੂੰ ਬੁਲਾਓਗੇ, ਤਾਂ ਤੁਸੀਂ ਆਪਣੇ ਆਪ ਹੀ ਸਭ ਨੂੰ ਚੰਗੇ ਲੱਗੋਗੇ। ਕਠਪੁਤਲੀ ਨਾ ਬਣੋ, ਤੁਹਾਨੂੰ ਕੋਈ ਜਿਵੇਂ ਮਰਜ਼ੀ ਨਚਾ ਦੇਵੇ, ਤੁਹਾਡੇ ਇਮੋਸ਼ਨਸ ਨਾਲ ਜਿਵੇਂ ਮਰਜ਼ੀ ਕੋਈ ਖੇਡ ਦੇਵੇ, ਤੁਹਾਨੂੰ ਮਾੜਾ ਜਿਹਾ ਕਿਸੇ ਨੇ ਦਿਖਾਇਆ ਵੀ ਐਦਾਂ ਆਹ ਚੀਜ਼ ਵੀ ਹੁੰਦੀ ਹੈ, ਆਹ ਵਾਲਾ ਪ੍ਰੋਸੀਜਰ ਵੀ ਹੁੰਦਾ, ਤੁਸੀਂ ਹੋਰ ਸੋਹਣੇ ਹੋ ਜਾਓਗੇ, ਤੁਸੀਂ ਉਹਦੇ 'ਚ ਹੀ ਫਸ ਗਏ, ਉਹ 'ਚ ਨਾ ਫਸੋ। ਆਪਣੇ ਆਪ ਨੂੰ ਸਜਾਓ, ਸਵਾਰੋ, ਬਟ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਹਾਂ, ਕਿ ਵੀ ਕਿੱਥੇ ਤੱਕ ਜਾ ਰਹੇ ਹੋ, ਕਿੱਥੇ ਤੱਕ ਤੁਸੀਂ ਜਾਣਾ, ਕਿਤੇ ਨੁਕਸਾਨ ਹੀ ਨਾ ਕਰਾ ਕੇ ਬਹਿ ਜਾਓ। ਬਿਲਕੁਲ। ਮਤਲਬ ਦੇਖੋ, ਮੈਂ ਇਹ ਨਹੀਂ ਕਹਿੰਦੀ ਵੀ ਚੇਂਜਸ ਸਾਰਾ ਕੁਝ ਹੈ, ਪਰ ਜੋ ਦਿੱਤਾ ਗਿਆ ਐਗਜ਼ਿਸਟੈਂਸ ਵੱਲੋਂ ਉਹ ਵੀ ਤਾਂ ਸੋਹਣਾ ਹੋਊਗਾ ਨਾ। ਕਿਤੇ ਨਾ ਕਿਤੇ ਜਿਸ ਰੂਪ ਚ ਅਸੀਂ ਆਏ ਆ ਉਹ ਹੈ ਸੋਹਣਾ, ਪਰ ਦੇਖਣਾ ਨਹੀਂ ਹੈ, ਕਿਉਂਕਿ ਸੋਸ਼ਲ ਮੀਡੀਆ ਉਹਨੂੰ ਸੋਹਣਾ ਨਹੀਂ ਮੰਨਦੀ। ਕਿਸੇ ਦੀ ਨਾਰਮਲ ਫੋਟੋ ਨੂੰ ਸੋਹਣਾ ਨਹੀਂ ਮੰਨਿਆ ਜਾਂਦਾ ਜਿੰਨੀ ਦੇਰ ਫਿਲਟਰ ਨਾ ਲਾਓ। ਤੇ ਉਸ ਤੋਂ ਪ੍ਰੋਬਲਮ ਇਹ ਆ ਗਈ ਹੈ ਕਿ ਅੱਜ ਕੱਲ ਡੇਟਿੰਗ ਸਾਈਟਸ ਤੇ ਸੋਹਣੀਆਂ ਫੋਟੋਆਂ ਹੁੰਦੀਆਂ, ਅਸਲ ਚ ਜਦੋਂ ਇਨਸਾਨ ਇੱਕ ਦੂਜੇ ਨੂੰ ਦੇਖਦੇ ਨੇ ਉਹ ਕਹਿੰਦੇ ਵੀ ਇਹ ਤੂੰ ਹੀ ਹੈ, ਪਹਿਚਾਨ ਨਹੀਂ ਆਉਂਦੀ। ਆਪਣੇ ਆਪ ਨੂੰ ਇੰਨਾ ਜ਼ਿਆਦਾ ਅਸੀਂ ਆਰਟੀਫੀਸ਼ੀਅਲ ਕਰ ਲੈਂਦੇ ਹਾਂ, ਡੋਲ ਬਣ ਜਾਂਦੇ ਆ। ਅੱਛਾ, ਔਰ ਅਸੀਂ ਗੱਲ ਕਰ ਰਹੇ ਸੀ ਅਮਨ, ਇਹ ਡੋਲ ਜਿਹੜੀ ਹੈ ਜਿੱਤੇ ਇੰਨਾ ਪੈਸੇ ਲਾ ਕੇ ਮੇਕਅਪ ਕੀਤਾ, ਰਾਤ ਨੂੰ ਉਨਾ ਹੀ ਪੈਸਾ ਲਾ ਕੇ ਮੇਕਅਪ ਸਾਫ਼ ਵੀ ਕਰਨਾ। ਹਾਂ, ਰਿਮੂਵਲ, ਮੇਕਅਪ ਰਿਮੂਵਲ ਲਈ ਵੀ ਕਿੰਨੇ ਹੀ ਪ੍ਰੋਡਕਟਸ ਨੇ। ਹਾਂ, ਮਤਲਬ ਉਹ ਖਤਮ ਕਰਨਾ, ਤੁਸੀਂ ਸਿੱਧਾ ਮੂੰਹ ਧੋ ਲਓ ਤੇ ਤੁਹਾਡਾ ਮੇਕਅਪ ਉਤਰ ਗਿਆ। ਤੁਸੀਂ ਇੱਕ ਚੀਜ਼ ਲੈਣੀ ਹੈ ਤੇ ਉਹਦੇ ਨਾਲ ਇੱਥੋਂ ਸਾਫ਼ ਕਰਨਾ, ਦੂਸਰੀ ਚੀਜ਼ ਨਾਲ ਤੁਸੀਂ ਲਿਪ ਲਾਈਨਰ, ਆਪਦਾ ਲਿਪਸਟਿਕ ਉਤਾਰਨੀ ਹੈ। ਦੇਖੋ, ਧਿਆਨ ਰੱਖਣਾ ਸਕਿਨ ਦਾ ਚੰਗੀ ਗੱਲ ਹੈ, ਆਪਣਾ ਬਹੁਤ ਰੂਟੀਨ ਹੋਵੇ, ਕੋਈ ਜਿੱਦਾਂ ਵੀ ਉਹ ਕਹਿੰਦੇ ਨੇ ਵੀ ਤੁਹਾਡੀ ਸਕਿਨ ਹੈਲਦੀ ਰਹੇ, ਸਿਹਤਮੰਦ ਰੱਖਣਾ ਜ਼ਰੂਰੀ ਹੈ, ਸਿਹਤ ਦੇ ਪੱਖੋਂ ਚੰਗੀ ਗੱਲ ਹੈ। ਪਰ ਆਏ ਨਹੀਂ ਹੈ ਨਾ ਵੀ ਰਾਤੀ ਤੁਸੀਂ ਬਿਲਕੁਲ ਬੇਹਾਲ ਹੋਏ ਤੇ ਇਹ 100 ਸਟੈਪ ਤੁਸੀਂ ਕਰਨੇ ਆ ਤਾਂ ਜਾ ਕੇ ਤੁਸੀਂ ਸੌਣਾ ਆ, ਵੀ ਇਹ ਸਾਰੀਆਂ ਚੀਜ਼ਾਂ। ਸੋ ਆਈ ਥਿੰਕ ਅਸੀਂ ਬਾਕੀ ਆਪਣੇ ਲਿਸਨਰਸ ਨੂੰ ਪੁੱਛ ਲੈਂਦੇ ਆ ਵੀ ਉਹਨਾਂ ਦੇ ਹਿਸਾਬ ਦੇ ਨਾਲ ਬਿਊਟੀ ਦੇ ਸਟੈਂਡਰਡਸ ਕੀ ਨੇ, ਤੇ ਉਹ ਕਿਸ ਹੱਦ ਤੱਕ ਜਿਹੜੀ ਹੈ ਬਿਊਟੀ ਲਈ ਜਾ ਸਕਦੇ। ਜਿੱਦਾਂ ਤੁਸੀਂ ਕਿਹਾ, ਸੋਹਣੇ ਦਿਸਣਾ, ਸਜਣਾ ਸਵਰਨਾ, ਇਟ ਗਿਵਸ ਕੌਨਫੀਡੈਂਸ, ਬਟ ਕਿਸ ਹੱਦ ਤੱਕ। ਸੋ ਇਹ ਅਸੀਂ ਆਪਣੇ ਲਿਸਨਰਸ ਤੇ ਛੱਡਦੇ ਹਾਂ, ਤੇ ਉਹ ਦੱਸਣਗੇ ਸਾਨੂੰ ਕਿਸ ਹੱਦ ਤੱਕ ਬਿਊਟੀ ਲਈ ਜਾ ਸਕਦੇ ਆ। ਬਾਕੀ ਅਮਨ, ਥੈਂਕ ਯੂ ਸੋ ਮਚ, ਜਲਦ ਹੀ ਮਿਲਦੇ ਆ, ਕੋਈ ਨਵਾਂ ਸਟੈਂਡਰਡ ਲੈ ਕੇ ਆਉਣੇ, ਫਿਰ ਮਿਲਦੇ ਆ। ਥੈਂਕ ਯੂ ਸੋ ਮਚ, ਥੈਂਕ ਯੂ।